ਜ਼ਿੰਦਗੀ ਦੀ ਭਾਈਜਾਨ ਸਭ ਨਾਲੋਂ ਜ਼ਿਆਦਾ ਜਿਹੜਾ ਨਾ शर्मिंदगी हुई है मैं अपनी वालदा ने जिस टाइम देखा। अस्सलाम वालेकुम नाजरीन, मैं हूं गुलफाम साबरी। नाज़रीन गिरामी, हम आए दिन देखते हैं कि मौत के सौदागर आजकल के नौजवान लड़के अपने मोटरसाइकिल का अगला व्हील उठाते हुए हमें नज़र आते हैं। व्हीलिंग करते हैं, रेस करते हैं, अपनी ज़िंदगी की परवाह नहीं करते और ऐसे शौक पाले फिरते हैं जो कि इंसान की ज़िंदगी को ले डूबते हैं। एक ऐसा ही नौजवान आपको आज मिलवाने जा रहा हूँ कि जिसने अपनी ज़िंदगी में 10 से 15 साल व्हीलिंग में गुजारे, बहुत से अवार्ड जीते, बहुत ही इज्जत कमाई, बहुत नाम कमाया। अब भी ये अगर मोटरसाइकिल लेकर रेस फील्ड में जाता है तो लोग इसके घुटनों को हाथ लगाते हैं और इसको सलाम करते हैं। इसने 10-15 साल में बहुत इज्जत कमाई, लेकिन जब उस शौक का असल जो असर होता है वो सामने आया तो इसको अपनी ज़िंदगी का बहुत बड़ा नुकसान उठाना पड़ा। और आज ये लड़का इतना मशहूर होने के बावजूद कपड़े सिलाई करने का काम कर रहा है और अपनी ज़िंदगी को गुजार रहा है। आइए गुलाम नबी से पूछते हैं कैसे इस खतरनाक फील्ड में दाखिल हुए और कैसे इसको छोड़ा। अस्सलाम वालेकुम। वालेकुम सलाम। अच्छा गुलाम नबी, हमें आप पहले तो ये बताएं कि इस खतरनाक फील्ड में दाखिल कैसे हो गए, कैसे इसको शौक आपको आ गया है ये? भाईजान मैं स्कूल पढ़दा सी, ठीक है, ਤੇ ਸਕੂਲ ਬੱਚਿਆਂ ਕੋਲੇ ਸਾਈਕਲਾਂ ਹੁੰਦੀਆਂ ਸਨ ਤੇ ਮੈਂ ਵੀ ਘਰ ਜ਼ਿੱਦ ਕੀਤੀ ਮੈਨੂੰ ਸਾਈਕਲ ਲੈ ਕੇ ਦਿਓ ਤੇ ਉਹਨਾਂ ਨੇ ਮੈਨੂੰ ਨਾ ਸਾਈਕਲ ਲੈ ਦਿੱਤੀ। ਫਿਰ ਉਹ ਮੈਂ ਸਾਈਕਲ ਤੇਜ਼ ਚਲਾਣੀ ਤੇ ਬੱਚਿਆਂ ਨੇ ਸ਼ਾਬਾਸ਼ ਦੇਣੀ ਬੜੀ। ਉਹ ਫਿਰ ਤੇਜ਼ ਚਲਾਉਂਦਿਆਂ ਸਾਈਕਲ ਦੀ ਵੀਲਿੰਗ ਕਰਨੀ ਸ਼ੁਰੂ ਕਰਤੀ। ਉਹ ਫਿਰ ਸਾਈਕਲ ਦੀ ਵੀਲਿੰਗ ਕਰਦੇ ਥੋੜੀ ਜਿਹੀ ਉਮਰ ਵੱਧਦੀ ਗਈ। ਫਿਰ ਬਾਈਕ ਲੈ ਲਿਆ ਮੈਂ, ਬਾਈਕ ਦੀ ਜ਼ਿੱਦ ਕੀਤੀ ਘਰ, ਉਹਨਾਂ ਮੈਨੂੰ ਬਾਈਕ ਲੈ ਦਿੱਤਾ। ਫਿਰ ਮੈਂ ਬਾਈਕ ਦੀ ਵੀਲਿੰਗ ਕਰਨੀ, ਵਨ ਵੀਲਿੰਗ ਹੁੰਦੀ ਹੈ, ਵੀਲਿੰਗ ਕਰਿਆ ਕਰਨੀ, ਬਹੁਤ ਅੱਛੀ ਕਰ ਲੈਣੀ। ਤੇ ਮੈਨੂੰ ਮੇਰੇ ਦੋਸਤ ਜਿਹੜੇ ਨੇ ਨਾਲ ਵਾਲੇ ਉਹਨਾਂ ਨੇ ਸ਼ਾਬਾਸ਼ੀਆਂ ਦੇਣੀਆਂ, ਅੱਲਾ ਸ਼ੇਰੀ ਕਰਨੀ, ਤਾਰੀਫ ਕਰਨੀ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਤੂੰ ਰੇਸਾਂ ਖੇਡ, ਕੋਈ 2-4 ਰੇਸਾਂ ਖੇਡ, ਕੋਈ ਥੋੜਾ ਇਨਾਮ ਬਣ ਜਾਏਗਾ। ਤੇ ਰੇਸਾਂ ਖੇਡੀਆਂ 2-3 ਨਵੀਆਂ ਰੇਸਾਂ ਖੇਡੀਆਂ ਤੇ ਪਹਿਲੀ ਰੇਸ ਮੈਂ ਖੇਡੀ 2012 ਵਿੱਚ ਤੇ ਦੂਸਰੇ ਨੰਬਰ ਤੇ ਮੈਂ ਆਇਆ ਸੀ। ਮੈਨੂੰ ਮੇਰੇ ਦੋਸਤਾਂ ਨੇ ਬੜੀ ਸ਼ਾਬਾਸ਼ੀਆਂ ਦਿੱਤੀਆਂ ਤੇ ਬੜੀ ਹੌਸਲਾ ਅਫਜ਼ਾਈ ਕੀਤੀ, ਉਹਨਾਂ ਨੇ ਮੈਨੂੰ ਬੜੀ ਇੱਜ਼ਤ ਦਿੱਤੀ। ਤੇ ਮੈਂ ਜਿਹੜਾ ਨਾ ਫਿਰ ਖੇਡਦਾ ਗਿਆ ਮੈਂ ਤਕਰੀਬਨ ਕੋਈ 15-16 ਰੇਸਾਂ ਖੇਡੀਆਂ ਨੇ। ਸ਼ੌਕ ਵੱਧਦਾ ਗਿਆ ਮੈਂ 15-16 ਰੇਸਾਂ ਖੇਡੀਆਂ ਨੇ ਤੇ ਤੀਸਰੇ ਚੌਥੇ ਦੂਸਰੇ ਇੱਕ ਵਾਰੀ ਆਇਆ ਮੈਂ ਪਹਿਲੇ ਨੰਬਰ ਤੇ। ਤੇ ਫਿਰ ਵਕਤ ਆਇਆ ਜਿਹੜਾ ਲੱਤ ਟੁੱਟ ਗਈ। ਮੈਂ ਭਾਈਜਾਨ ਵੀਲਿੰਗ ਕਰ ਰਿਹਾ ਸੀ, ਤਕਰੀਬਨ 3 ਕੁ ਦਾ ਟਾਈਮ ਸੀ, ਠੀਕ ਹੈ, ਵੀਲਿੰਗ ਕਰ ਰਿਹਾ ਸੀ। ਬਾਈਕ की क्या स्पीड थी उस वक्त? बाइक की तकरीबन 40-50। अच्छा, ਵੀਲਿੰਗ ਕਰ ਰਿਹਾ ਸੀ, ਸਮਝ ਹੀ ਨਹੀਂ ਆਈ ਹੈ ਮੋਟਰਸਾਈਕਲ। ਫਿਰ ਵਕਤ ਆ ਰਿਹਾ ਮੋਟਰਸਾਈਕਲ ਦਾ ਬੈਲੈਂਸ ਆਊਟ ਹੋਇਆ ਤੇ ਮੈਂ ਫੁੱਟਪਾਥ ਨਾਲ ਵੱਜਿਆ। ਅੱਛਾ, ਫੁੱਟਪਾਥ ਨਾਲ ਵੱਜਾਂ, ਬੈਲੈਂਸ ਆਊਟ ਹੋਣ ਨਾਲ ਫੁੱਟਪਾਥ ਨਾਲ ਵੱਜ ਕੇ ਤੇ ਡਿੱਗਾ ਵਾਂ। ਅੱਲਾ ਵੱਲੋਂ ਮੇਰੀ ਵਧੀ ਹੋਈ ਸੀ, ਗੱਡੀ ਦਾ ਟਾਇਰ ਜਿਹੜਾ ਨਾ ਮੇਰੇ ਸਿਰ ਦੇ ਕੋਲੋਂ ਦੀ ਲੰਘਾ ਤੇ ਲੱਤ ਮੈਂ ਉੱਠ ਕੇ ਵੇਖਿਆ ਨਾਰਮਲ ਜੀ ਮੈਨੂੰ ਹੋਈ ਸੀ, ਜ਼ਿਆਦਾ ਹੋਸ਼ ਨਹੀਂ ਸੀ ਹੈ, ਨਾਰਮਲ ਜੀ ਹੋਸ਼ ਸੀ। ਮੈਂ ਉੱਠ ਕੇ ਵੇਖਿਆ ਤੇ ਜਿਹੜਾ ਮੇਰੇ ਲੱਤ ਟੁੱਟੀ ਹੋਈ ਸੀ, ਰਗੜਾਂ ਸ਼ਗੜਾਂ ਲੱਗੀਆਂ ਸਨ ਮੈਨੂੰ ਬਹੁਤ ਜ਼ਿਆਦਾ। ਤੇ ਕੋਲ ਖਲੋ ਕੇ ਵੇਖ ਰਹੀ ਸੀ ਆਵਾਮ ਤੇ ਫਿਰ ਵਿੱਚੋਂ ਇੱਕ ਬਜ਼ੁਰਗ ਨਿਕਲਿਆ, ਅੱਲਾ ਉਹਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਉਹ ਨਿਕਲੇ ਨੇ, ਉਹਨਾਂ ਨੇ ਮੈਨੂੰ ਚੁੱਕਿਆ ਬਹਾਇਆ, ਪਾਣੀ ਪਿਆ ਕੇ ਮੈਨੂੰ। ਫਿਰ ਉਹਨਾਂ ਪੁੱਛਿਆ ਪੁੱਤਰ ਕਿੱਥੋਂ ਆਇਆ? ਮੈਂ ਉਹਨਾਂ ਨੂੰ ਹਲਕਾ ਜਿਹਾ ਇੱਕ ਨਾਰਮਲ ਜਿਹਾ ਬੋਲ ਕੇ ਦੱਸਿਆ ਵੀ ਮੈਂ ਫਲਾਣੀ ਜਗ੍ਹਾ ਦਾ ਵਾਂ ਤੇ ਮੈਨੂੰ ਜੇ ਹੋ ਸਕਦਾ ਤੁਸੀਂ ਮੇਰੇ ਘਰ ਜਿਹੜਾ ਲੈ ਜਾਓ। ਉਹਨਾਂ ਨੇ ਮੈਨੂੰ ਜਿਹੜਾ ਵੇ ਉੱਥੋਂ ਉਠਾਇਆ ਵੇ, ਮੈਨੂੰ ਮੇਰੇ ਘਰ ਲੈ ਕੇ ਗਏ ਨੇ। ਘਰ ਵਾਲੇ ਫਿਰ ਮੇਰੇ ਹਸਪਤਾਲ ਲੈ ਕੇ ਆਏ ਨੇ। ਫਿਰ ਮੈਂ ਤਕਰੀਬਨ 3 ਮਹੀਨੇ ਹਸਪਤਾਲ ਦਾਖਲ ਰਿਹਾ ਲਗਾਤਾਰ। ਸਿਰ ਵਿੱਚ ਵੀ ਸੱਟਾਂ ਲੱਗੀਆਂ ਸਨ। ਜ਼ਿੰਦਗੀ ਦੀ ਭਾਈਜਾਨ ਸਭ ਨਾਲੋਂ ਜ਼ਿਆਦਾ ਜਿਹੜਾ ਨਾ ਸ਼ਰਮਿੰਦਗੀ ਹੋਈ ਹੈ ਮੈਂ ਆਪਣੀ ਵਾਲਦਾ ਨੇ ਜਿਸ ਟਾਈਮ ਵੇਖਿਆ। ਅੱਛਾ, ਮੈਂ ਆਪਣੀ ਵਾਲਦਾ ਨੇ ਵੇਖਿਆ, ਮੇਰੀ ਵਾਲਦਾ ਜਿਹੜੇ ਨੇ ਉਹਨਾਂ ਦਾ ਮੇਰੇ ਨਾਲ ਘਰ ਵਿੱਚ ਜੋ ਸਭ ਨਾਲ ਜ਼ਿਆਦਾ ਮੇਰੇ ਨਾਲ ਲਗਾ ਹੋਇਆ। ਮੈਂ ਉਹਨਾਂ ਨੂੰ ਵੇਖਿਆ, ਉਹ ਰੋਣ ਲੱਗ ਗਏ। मैं उस दिन जेड़ा तैयार कर लिया भी जेड़ा अज तो बाद है ना ये काम नहीं करने। अच्छा, हमारे चैनल के तवस्सुफ से आप देखने वाले नौजवानों को क्या पैगाम देना चाहेंगे? भाईजान मैं तो इन्ना ही कहांगा, अपने माँ प्यो नाल जिंदगी बसर करो। भैन भरा ये जिंदगी खुदा ने एक बार दी है, इनू तुसी एक बारी जेड़ा ना
नेकी दा को करो, अल्लाह तौबा करो, मालक नू याद करो दुनिया ते आई हो इबादत करने वास्ते, ते ना कि तुसी ये जेड़ा शैतानी काम करो, ये अच्छे नहीं हैन। अपने माँ प्यो दी खिदमत करो जिन्नी हो सकती है, जिन्हां दे हैन, जिन्हां दे नहीं है उन्हां दी मगफिरत वास्ते दुआ करो। जी तो नाजरीन, आप देख रहे थे कि कोई भी गलत शौक, कोई भी गलत काम करेंगे आपको गलत रास्ते में लेके जाएगा और गलत साइड पे लेके जाएगा। जी तो नाजरीन, इस पैगाम को ज़्यादा से ज़्यादा शेयर कीजिएगा ताकि हमारे जो नौजवान हैं इस वक्त जिनके दिलों में बहुत ज़्यादा शौक बना हुआ है, इस गलत शौक का, ख़तरनाक शौक का, फील्ड का, अपनी जान को जोखिम में डालकर अपने शौक को पाल रहे हैं, ताकि वो इसको वीडियो को देख के इस पैगाम को सुने और अपने रास्ते को दुरुस्त करें। इसी के साथ अपने मेज़बान गुलफाम साबरी को इजाज़त दीजिए। अल्लाह हाफिज़।